सतगुरां दी साजी निवाजी गुरु रूप प्यारी साध संगत जी। अकाल पुरख ने किरपा कीती है। अमृत वेले दी बख्शिश होई है। गुरु दे कोल आनंद लैण वास्ते पहुँचे हाँ। सतगुरां दा जस करन दा सुभाग समा मिलिया है। सतगुरु महाराज जियां दा जस सुनन दा सुभाग समा मिले। अकाल पुरख महाराज जी किरपा करते ने। गुरु दे शब्द जिहड़े हन इन्हां नूं हिरदे विच वसाउण दे असीं यतन करते हाँ। हिरदे खिच जिन्हां ने खाधी कर आराम नहीं बहिंदे। नेहो वाले नैना दी नींदर दिने रात पए सहिंदे। अपनी नींदरा दा परित्याग कीता है। गुरु दा शब्द पढ़न अते सुनन दा सुभाग समा मिलिया। शब्द गुर पीरा गहर गबीरा बिन शब्दै जग बौरानंग। बिना शब्द तो कुछ बोलिया नहीं जा सकता। बिना शब्द तो गाया नहीं जा सकता। बिना शब्द तो सुनिया नहीं जा सकता ते बिना शब्द तो तरिया नहीं जा सकता। रागी सिंह राग गाउंदे ने शब्द बोलदा है। कथा वार्ता हुंदी है शब्द बोलदा है। समाज दे निजमां दे विच वजे होए मनुख बोलदे ने। उन्हां दे कोल भी अपनी जबान दे विच शब्द हुंदे ने। लंबे समय तो लैके 6 ऋषियां ने 6 शास्त्र लिखे हैं। वेद लिखे गए हैं। आदि काल तो लैके सतयुग तो लैके गुरबाणी नूं लिखिया जा रहा है, पढ़िया जा रहा है, सुनिया जा रहा है, गाया जा रहा है। गुरु नानक ते कलयुग के समय दे विच होए ने। ये शब्द सारे युगां दे विच ही प्रगट होया है। सुनी अरदास स्वामी मेरे सर्ब कला बन आई। प्रगट भई सगले युग अंतर गुरु नानक की वडियाई। सारे युगां दे विच ही कदे वेदां राही, शास्त्रां राही, पुराण राही, कुरान राही लगातार शब्द ही जिहड़ा है वो निरंतर पुरातन समय तो आदि काल तो लैके दुनिया दे भले करदा आ रहा है। पर कुछ शब्द इहो ਜਿਹੇ ने जिन्हां शब्दां नूं गुरु दा दर्जा नहीं मिलिया। पढ़ो शब्द, गाओ तुसी शब्द नूं ते तारनहार कोई होर है। इत्थे गुरु साहिब जी महाराज दे घर दे विच तुसी शब्द पढ़ो, शब्द नूं गाओ, शब्द नूं सुनो ते शब्द ही तारनहार है। गुरु नानक महाराज ने
ਕਿਸੇ ਨੂੰ ਇਹ ਗੱਲ ਨਹੀਂ ਮਹਾਰਾਜ ਨੇ ਸਾਰੇ ਇਤਿਹਾਸ ਵਿੱਚ ਕਹੀ ਕਿ ਤੂੰ ਸਿੱਖ ਬਣ ਜਾ। ਸ਼ਬਦ ਸੁਣ, ਸ਼ਬਦ ਨੂੰ ਮੰਨ। ਗੁਰੂ ਨਾਨਕ ਦੇ ਬਚਨ ਸੁਣ ਸੁਣ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜ਼ਿੰਦਗੀ ਦੇਖ ਦੇਖ ਕੇ ਖੁਦ ਦੁਨੀਆ ਦੇ ਬੰਦਿਆਂ ਨੇ ਹੱਥ ਬੰਨ੍ਹ ਬੰਨ੍ਹ ਕੇ ਡੰਡੌਤ ਬੰਦਨਾ ਬਾਬੇ ਨਾਨਕ ਨੂੰ ਕੀਤੀਆਂ ਨੇ ਕਿ ਸਾਨੂੰ ਆਪਣੇ ਸਿੱਖ ਬਣਾ ਲੈ। ਆਪ ਨਹੀਂ ਬਾਬੇ ਨਾਨਕ ਨੇ ਕਿਸੇ ਨੂੰ ਕਿਹਾ ਸੀ। ਆਪ ਜੀ ਇਤਿਹਾਸ ਲੰਮੇ ਸਮੇਂ ਤੋਂ ਲੈ ਕੇ ਸੁਣਦੇ ਆ ਰਹੇ ਹੋ। ਸਾਰੇ ਇਤਿਹਾਸ ਦੇ ਵਿੱਚ ਕਿਤੇ ਮਹਾਰਾਜ ਨੇ ਨਹੀਂ ਇਹ ਗੱਲ ਕਹੀ ਸੀ ਕਿ ਤੂੰ ਸਿੱਖ ਬਣ ਜਾ। ਨਹੀਂ, ਗੁਰੂ ਨਾਨਕ ਦੀ ਜ਼ਿੰਦਗੀ ਦੇਖ ਕੇ, ਉਹਨਾਂ ਦੇ ਬਚਨ ਸੁਣ ਕੇ, ਪਿਆਰ ਭਰੇ ਮਿੱਠੜੇ ਬੋਲ, ਖੁਦ ਬੰਦਾ ਡੰਡੌਤ ਬੰਦਨਾ ਕਰਦਾ ਹੈ ਕਿ ਸਾਨੂੰ ਆਪਣਾ ਸਿੱਖ ਬਣਾ ਲੈ। ਔਰ ਨਾਲ ਨਾਲ ਇੱਕ ਵਹਿਮ ਤੇ ਭਰਮ ਹੋਰ ਵੀ ਹੈ। ਇੱਕ ਵੱਡਾ ਵਹਿਮ ਹੈ, ਕਹਿੰਦੇ ਜਿਹੜਾ ਸਿੱਖ ਬਣ ਜੇ ਉਹ ਸਵਰਗਾਂ ਨੂੰ ਜਾਂਦਾ ਹੈ। ਇੱਕ ਬਹੁਤ ਵੱਡਾ ਵਹਿਮ ਜਿਹੜਾ ਹੈ ਤਕਰੀਬਨ ਦੁਨੀਆ ਨੇ ਪਾਲ ਰੱਖਿਆ ਹੈ। ਹਾਲਾਂਕਿ ਅਸੀਂ ਗੁਰੂ ਸਾਹਿਬ ਜੀ ਮਹਾਰਾਜ ਦੀ ਬਾਣੀ ਨਿੱਤ ਸੁਣਦੇ ਹਾਂ। ਨਿਤਾ ਪ੍ਰਤੀ ਕਰਮ ਅਨੁਸਾਰ ਅਸੀਂ ਸੁਣਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਸ਼ਬਦ ਪੜ੍ਹੇਗਾ, ਸ਼ਬਦ ਦੇ ਨਾਮ ਦੀ ਆਰਾਧਨਾ ਕਰੇਗਾ, ਉਹ ਤੈਨੂੰ ਸ਼ਬਦ ਨੇ ਹੀ ਤਾਰਨਾ ਹੈ। ਤੇ ਤਰੇਗਾ ਕਿਵੇਂ? ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪ ਜੀ ਜਪਜੀ ਸਾਹਿਬ ਦੇ ਸ਼ਲੋਕ ਦੇ ਵਿੱਚ ਸੁਣਦੇ ਹਾਂ ਅਸੀਂ, ਤੇਰੇ ਕੀਤੇ ਹੋਏ ਕਰਮਾਂ ਕਰਕੇ ਹੀ ਤੂੰ ਤਰੇਗਾ ਤੇ ਤੇਰੇ ਕੀਤੇ ਹੋਏ ਕਰਮਾਂ ਕਰਕੇ ਹੀ ਤੂੰ ਡੁੱਬੇਗਾ। ਹੁਣ ਤੋਂ ਕਰਮ ਕਿਹੋ ਜਿਹੇ ਕਰਦੇ ਹੈ ਜਾਂ ਕਰੇਗਾ, ਇਹ ਮਰਜ਼ੀ ਹੁਣ ਤੇਰੇ ਤੇ ਖੜੀ ਹੈ। ਨਾਲ ਹੀ ਗੁਰੂ ਸਾਹਿਬ ਜੀ ਮਹਾਰਾਜ ਨੇ ਵਚਨ ਕਰ ਦਿੱਤਾ, ਸੋਦਤ ਸੋਦਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਗੁਰਬਾਣੀ ਦਾ ਇਹ ਬਹੁਤ ਵੱਡਾ ਫੈਸਲਾ ਹੈ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਾਸਤੇ। ਕੋਈ ਕਹਿੰਦਾ ਅਸੀਂ ਕੋਈ ਕਰਮ ਕਰਕੇ ਛੁੱਟ ਜਾਵਾਂਗੇ, ਕੋਈ ਕਹਿੰਦਾ ਅਸੀਂ ਕਿਸੇ ਕਰਮ ਕਰਕੇ ਛੁੱਟ ਜਾਵਾਂਗੇ। ਚਲੋ ਠੀਕ ਹੈ, ਆਪੋ ਆਪਣੀ ਸਿਆਣਪ ਸਾਰਿਆਂ ਦੇ ਕੋਲ ਹੀ ਹੈਗੀ ਹੈ, ਸਾਰੇ ਹੀ ਆਪੋ ਆਪਣੀ ਸਿਆਣਪ ਵਰਤਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਅਟੱਲ ਫੈਸਲਾ ਦਿੱਤਾ ਹੈ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ। ਤੁਸੀਂ ਕੋਈ ਵੀ ਕਰਮ ਕਰ ਲਓ, ਚੰਗੀ ਗੱਲ ਹੈ, ਪਰ ਬਿਨਾਂ ਭਜਨ ਸਿਮਰਨ ਕਰਿਆਂ ਤੋਂ ਬਿਨਾਂ ਤੁਹਾਡਾ ਛੁਟਕਾਰਾ ਹੋ ਹੀ ਨਹੀਂ ਸਕਦਾ। ਫੈਸਲਾ ਗੁਰਬਾਣੀ ਦਾ। ਸੋਦਤ ਸੋਦਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਿੱਥੇ ਛੁਟਾਂਗੇ? ਸਤਿਗੁਰਾਂ ਨੇ ਫੈਸਲਾ ਦੇ ਦਿੱਤਾ ਹੈ ਕਿ ਤੁਹਾਨੂੰ ਹੋਰ ਕੋਈ ਛੁੱਟਣ ਨੂੰ ਜਗ੍ਹਾ ਨਹੀਂ ਮਿਲੀ। ਤੇ ਕਰਮੀ ਆਪੋ ਆਪਣੀ ਆਪਣੇ ਕਰਮ ਜਿਹੋ ਜਿਹੇ ਤੂੰ ਕਰਦਾ ਹੈ, ਉਹਨਾਂ ਕਰਮਾਂ ਕਰਕੇ ਹੀ ਤੇਰੀ ਜ਼ਿੰਦਗੀ ਦਾ ਫੈਸਲਾ ਹੋਣਾ ਹੈ, ਬਿਨਾਂ ਕਰਮਾਂ ਤੋਂ ਨਹੀਂ ਹੋਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤਾਂ ਇਹਦਾ ਮਤਲਬ ਇਹ ਹੋਇਆ ਕਿ ਗੁਰੂ ਨਾਨਕ ਮਹਾਰਾਜ ਨੇ ਜਗਤ ਜਲੰਦੇ ਨੂੰ ਤਾਰਿਆ ਵੀ ਹੈ, ਸੁਚੇਤ ਵੀ ਮਨੁੱਖ ਨੂੰ ਕਰ ਦਿੱਤਾ ਕਿ ਕਿਸੇ ਭੁਲੇਖੇ ਦੇ ਵਿੱਚ ਨਾ ਰਹੀਂ।
ਜਿਹੋ ਜੇ ਤੂੰ ਕਰਮ ਕਰਦਾ ਹੈ ਉਹ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ। ਤੋ ਗੁਰਬਾਣੀ ਮਨੁੱਖ ਦੇ ਕੀ ਕਰਦੀ ਹੈ? ਜਦੋਂ ਮਨੁੱਖ ਦੀ ਵਿਚਾਰਧਾਰਾ ਗੁਰਬਾਣੀ ਬਦਲਦੀ ਹੈ, ਗੁਰਬਾਣੀ ਮਨੁੱਖ ਦੇ ਕਰਮ ਬਦਲ ਦਿੰਦੀ ਹੈ, ਗੁਰਬਾਣੀ ਮਨੁੱਖ ਦੇ ਸੰਸਕਾਰ ਬਦਲਦੀ ਹੈ, ਗੁਰਬਾਣੀ ਮਨੁੱਖ ਦੇ ਆਦਤ ਨੂੰ, ਸੁਭਾਅ ਨੂੰ ਨਹੀਂ ਬਦਲਦੀ। ਤੋ ਕੀ ਕਰਮ ਬਦਲੇ ਜਾ ਸਕਦੇ ਨੇ? ਬਦਲੇ ਜਾ ਸਕਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਆ ਕੇ ਵਿਚਾਰਧਾਰਾ ਚੰਗੀ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ, ਕਿਸੇ ਦਾ ਭਲਾ ਕਰਕੇ ਕਰਮ ਬਦਲੇ ਜਾ ਸਕਦੇ ਨੇ। ਇਹੋ ਹੀ ਤੇ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਦਿੱਤਾ ਹੈ ਕਿ ਕਿਸੇ ਵੀ ਭੁਲੇਖੇ ਦੇ ਵਿੱਚ ਨਾ ਰਹੀ, ਬਿਨਾਂ ਸਿਮਰਨ ਬੰਦਗੀ ਤੋਂ ਤੇਰਾ ਛੁਟਕਾਰਾ ਨਹੀਂ ਹੋਣਾ। ਬਹੁਤੇ ਮਨੁੱਖਾਂ ਨੂੰ ਇਸ ਗੱਲ ਦਾ ਕਿ ਗੁਰਬਾਣੀ ਇੱਥੇ ਪੜ੍ਹੋ, ਸੁਣੋ, ਇਸ ਨੂੰ ਅਮਲ ਕਰਿਆ ਕਰੋ ਤੇ ਅਗਾਹਾਂ ਗੁਰਬਾਣੀ ਜਿਹੜੀ ਹੈ ਉਹ ਸਹਾਇਤਾ ਕਰੇਗੀ। ਇੱਥੇ ਨਹੀਂ ਕਰਦੀ, ਇੱਥੇ ਵੀ ਕਰਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹੁਣ ਜਿੰਨੇ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਇਹ ਸਾਰੇ ਦੇ ਸਾਰੇ ਬਚਨ ਮਹਾਰਾਜ ਦੇ ਆਪਣੀ ਜ਼ਿੰਦਗੀ 'ਚ ਅੱਜ ਲਾਗੂ ਕਰ। ਹੁਣ ਜਦੋਂ ਤੂੰ ਹੁਣ ਲਾਗੂ ਕਰੇਗਾ ਨਾ ਮਹਾਰਾਜ ਦੇ ਬਚਨ, ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਤੋਂ ਪਹਿਲਾਂ ਕਿ ਤੇਰਾ ਸਰੀਰ ਸ਼ਮਸ਼ਾਨ ਘਾਟ ਪਹੁੰਚੇ, ਤੇਰਾ ਮਨ ਪਹਿਲਾਂ ਭਗਵਾਨ ਤੱਕ ਪਹੁੰਚ ਜਾਣਾ ਚਾਹੀਦਾ। ਜਿਉਂਦੇ ਜੀ ਤੈਨੂੰ ਮੁਕਤੀ ਮਿਲ ਜਾਣੀ ਹੈ। ਮਰ ਕੇ ਕਦੇ ਕਿਸੇ ਨੂੰ ਮੁਕਤੀ ਨਹੀਂ ਮਿਲਦੀ। ਬੇਨੀ ਕਹੈ ਸੁਨੋ ਰੇ ਭਗਤ, ਮਰਨ ਮੁਕਤ ਕਿਨ ਪਾਈ। ਕਿਹਨੇ ਪਾਈ ਹੈ ਮਰ ਕੇ ਮੁਕਤੀ? ਜਿਉਂਦੇ ਜੀ ਮਿਲਦਾ ਹੈ। ਤੋ ਇਹ ਗੁਰਬਾਣੀ, ਜਿੰਨੇ ਹੀ ਗੁਰਬਾਣੀ ਦੀ ਵਿਚਾਰਧਾਰਾ ਹੈ ਮਨੁੱਖ ਪੜ੍ਹਦਾ ਹੈ, ਸੁਣਦਾ ਹੈ, ਇਹ ਜਿਉਂਦੇ ਜੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀ ਹੈ। ਤੇ ਜੇ ਇਹ ਜਿਉਂਦੇ ਜੀ ਨਾ ਕਰ ਸਕਿਆ ਤਾਂ ਫਿਰ ਕਰੇਗਾ ਕਦ? ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਫੈਸਲਾ ਦਿੱਤਾ ਹੈ ਕਿ ਇਸ ਭੁਲੇਖੇ ਦੇ ਵਿੱਚ ਨਾ ਤੁਸੀਂ ਰਹਿਣਾ। ਬਿਨਾਂ ਭਜਨ ਤੋਂ, ਬਿਨਾਂ ਸਿਮਰਨ ਤੋਂ ਤੁਹਾਡਾ ਛੁਟਕਾਰਾ ਨਹੀਂ ਹੋਣਾ। ਤੇ ਸਿਮਰਨ ਬੰਦਗੀ ਤੇ ਤੁਹਾਨੂੰ ਕਰਨਾ ਹੀ ਪੈਣਾ। ਜੇ ਕੋ ਬੂਝੈ ਹੋਵੇ ਸਚਿਆਰ, ਸਚਿਆਰ ਹੋਣਾ ਚਾਹੁੰਦੇ ਹਰ ਕੋਈ, ਤੇ ਗੁਰੂ ਦੇ ਬਚਨ ਨੂੰ ਮੰਨਣਾ ਪਵੇਗਾ। 7 ਸਾਲਾਂ ਦੇ ਵਿੱਚ ਭਾਈ ਲਹਿਣੇ ਦੀ ਗੁਰੂ ਨਾਨਕ ਨੇ ਇੱਕ ਦਿਨ ਪਰਖ ਕੀਤੀ ਹੈ, ਸਿਰਫ ਇੱਕ ਦਿਨ। ਪਰਖਾਂ ਤੇ ਬਹੁਤ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਬਸਤਰ ਧੋਤੇ ਪਏ ਨੇ, ਉਹਨਾਂ ਦੀਆਂ ਧੋ ਕੇ ਤਹਿਾਂ ਲਾ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਕੋਲ ਪਏ ਨੇ। ਭਾਈ ਲਹਿਣਾ ਜੀ ਆਏ। ਲਹਿਣੇ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਲਹਿਣਿਆ ਆ ਬਸਤਰ ਲੈ ਜਾ ਚੁੱਕ ਕੇ, ਇਹਨਾਂ ਨੂੰ ਧੋ ਕੇ ਲਿਆ। ਬਸਤਰ ਧੋ ਕੇ ਉਹਨਾਂ ਦੀ ਤਹਿ ਲੱਗੀ, ਭਾਈ ਲਹਿਣਾ ਜੀ ਚੁੱਕ ਕੇ ਲੈ ਗਏ। ਜਦੋਂ ਚੁੱਕ ਕੇ ਲੈ ਗਏ ਨਾ, ਉਹਨਾਂ ਨੂੰ ਧੋ ਕੇ ਲੈ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਹੋਰ ਸਿੱਖ ਕਹਿਣ ਲੱਗੇ, ਮਹਾਰਾਜ ਜੀ ਬਸਤਰ ਤੇ ਧੋਤੇ ਹੋਏ ਸੀ ਇਹ। ਭਾਈ ਲਹਿਣੇ ਨੂੰ ਕਿਹਾ, ਲਹਿਣਿਆ ਜਦੋਂ ਤੂੰ ਬਸਤਰ ਧੋਣ ਲੱਗਿਆ ਸੀ ਤੂੰ ਦੇਖ ਤੇ ਲੈਂਦਾ ਕਿ ਬਸਤਰ ਤੇ ਧੋ ਕੇ ਤੇ ਤਹਿ ਲਾ ਕੇ ਰੱਖੇ ਹੋਏ ਸੀ ਇਹ ਕੋਲੇ। ਜਦੋਂ ਇਹ ਗੱਲ ਲਹਿਣੇ ਨੂੰ ਕਹੀ ਤੇ ਭਾਈ ਲਹਿਣਾ ਜੀ ਦਾ ਅੱਗੋਂ ਜਵਾਬ ਸੀ, ਉਹ ਕਹਿਣ ਲੱਗੇ ਮੇਰੇ ਬਸਤਰਾਂ ਦੇ ਨਾਲ ਮੇਰਾ ਕੋਈ ਮਤਲਬ ਨਹੀਂ ਹੈ ਕਿ ਬਸਤਰ ਧੋਤੇ ਨੇ ਜਾਂ ਨਹੀਂ ਧੋਤੇ, ਉਹਨਾਂ ਨਾਲ ਮੇਰਾ ਕੋਈ ਮਤਲਬ ਨਹੀਂ ਹੈ। ਮੇਰਾ ਮਤਲਬ ਹੈ ਗੁਰੂ ਦੇ ਬਚਨ ਦੇ ਨਾਲ। ਜੋ ਗੁਰੂ ਨਾਨਕ ਦੀਆਂ ਨਜ਼ਰਾਂ ਦੇ ਵਿੱਚ ਮੈਲੇ ਨੇ ਉਹ ਸਿਰਫ ਮੈਲੇ ਨੇ। ਦੁਨੀਆ ਨੂੰ ਦੇਖਣ ਨੂੰ ਭਾਵੇਂ ਧੋਤੇ ਹੋਣ, ਤਹਿਾਂ ਲੱਗੀਆਂ ਹੋਣ। ਜੋ ਗੁਰੂ ਨਾਨਕ ਦੀ ਨਜ਼ਰ ਦੇ ਵਿੱਚ
मैले ने और सिर्फ मैले ने। जे को बूझै होवै सचियार, तबलै ओपर केता पार। दुनियादारी दे भावें मनुख सिरमौर बन जावे, किड्डा भी बड़ा दुनिया वास्ते महान बन जावे, अगर वाई जे ओ बाबे नानक दियां नज़रां दे विच मैल है तो फिर मैला ही रहेगा, मैला ही रहेगा। इसे करके ते मनुख दा गुरबाणी दे नाल स्नेह नहीं बनदा, गुरबाणी दे नाल गुरबाणी दे कोल इसे करके मनुख नहीं पहुँचदा क्योंकि जदों वो गुरबाणी नूं पढ़दा सुणदा है तो सतगुरु महाराज जियां दी पवित्र गुरबाणी ते उतों खरा नहीं उतरिया जा रहा। ਉਹਨੇ बड़े झूठ मारे ने उच्च पदवियां ते पहुँचे है, बाबे नानक दियां नज़रां विच नहीं आया, झूठ बड़ा मारदा है। बेईमानियां बड़ियां कीतियां ने, ठगियां बड़ियां कीतियां ने, माड़ी नज़र बड़ी रखी है, तो गुरु नानक दियां नज़रां दे विच नहीं आया। बड़ा कर्म कीते ने, बड़ा कुछ कीता इसने, इसे वास्ते एक गुरु नानक दियां नज़रां दे विच नहीं आया। तो गुरु नानक दियां नज़रां दे विच हजे तक भी शब्द दियां नज़रां दे विच ये मैल है, हजे तक भी। ते जिन्ना टाइम ये शब्द दियां नज़रां दे विच मैल है उन्ना टाइम ये मैला ही रहेगा। दुनिया भावें इनू किन्ना महान भी क्यों ना कही जाए, दुनिया के कहण मुताबिक नहीं है। समाज के नियम कुछ होर ने, धर्म की मर्यादा कुछ होर है। दुनिया नूं किन्ना भी महान कवे, हुण ते दुनिया तरक्की कर गई है कि जदों कोई मनुख नूं किसे नूं महानता देनी होवे ना, बड़ा बनाउणा होवे, ਉਹਦੇ ਨਾਲ गुरु ਦੇ शब्द ਨੂੰ जोड़ ਦਿੰਦੇ ਨੇ। ਕਿਸੇ ਨੂੰ ਜਦੋਂ ਵੱਡਾ ਬਣਾਉਣਾ ਹੋਵੇ, ਭਾਵੇਂ ਉਹ ਵਿਆਹ ਦਾ ਕਾਰਡ ਹੋਵੇ, ਭਾਵੇਂ ਮਰਗਤ ਦੇ ਭੋਗ ਦਾ ਕਾਰਡ ਹੋਵੇ, ਤੇ ਭਾਵੇਂ ਕੋਈ ਦੁਨੀਆਦਾਰੀ ਦੇ ਵਿੱਚ ਜਿੱਤਿਆ ਹੋਵੇ, ਤੇ ਭਾਵੇਂ ਕੋਈ ਦੁਨੀਆ ਵਿੱਚ ਹਾਰਿਆ ਹੋਵੇ, ਤੇ ਭਾਵੇਂ ਕਿਸੇ ਬੰਦੇ ਦੀ ਮਸ਼ਹੂਰੀ ਕਰਨੀ ਹੋਵੇ। ਮਸ਼ਹੂਰੀ ਜਦੋਂ ਕਿਸੇ ਬੰਦੇ ਦੀ ਕਰਨੀ ਹੋਵੇ ਨਾ, ਫਿਰ ਦੂਜਿਆਂ ਨੂੰ ਤਾਂ ਸਾਰੇ ਕਹੀ ਜਾਂਦੇ ਨੇ, ਇਹਨਾਂ ਨੂੰ ਆਪ ਨੂੰ ਕੌਣ ਸਮਝਾਵੇ ਕਿ ਕਿਸੇ ਬੰਦੇ ਦੀ ਮਸ਼ਹੂਰੀ ਕਰਨ ਵਾਸਤੇ ਜਿਹੜੇ ਤੁਸੀਂ ਗੁਰੂ ਦੇ ਸ਼ਬਦ ਲਿਖਦੇ ਹੋ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ। ਕਿਸੇ ਬੰਦੇ ਨੂੰ ਮਸ਼ਹੂਰ ਕਰਨ ਵਾਸਤੇ ਗੁਰੂ ਦੇ ਸ਼ਬਦ ਲਿਖਦੇ ਆ, ਕੀ ਜਿਹੜੇ ਸ਼ਬਦ ਤੁਸੀਂ ਲਿਖਦੇ ਹੋ ਉਹਨਾਂ ਸ਼ਬਦਾਂ ਦੇ ਅਰਥਾਂ ਦੇ ਮੁਤਾਬਕ ਬੰਦਾ ਸਹੀ ਖਰਾ ਉਤਰਿਆ ਸ਼ਬਦਾਂ ਤੇ ਉਹਨਾਂ ਤੇ। ਬੜੀ ਦੁਨੀਆਦਾਰੀ ਨੇ ਗੁਰੂ ਦੇ ਸ਼ਬਦ ਵਰਤੇ ਨੇ, ਬੜੇ ਵਰਤਦੇ ਨੇ। ਕਿਸੇ ਬੰਦੇ ਨੂੰ ਮਹਾਨ ਕਹਿਣਾ ਹੋਵੇ ਤੇ ਗੁਰੂ ਦਾ ਮਹਾਨ ਸ਼ਬਦ ਲਿਖ ਕੇ ਕਿਹਾ ਜਾਂਦਾ ਹੈ। ਆਪਣੀਆਂ ਖੁਸ਼ੀਆਂ ਜ਼ਾਹਰ ਕਰਨੀਆਂ ਹੋਣ ਤੇ ਗੁਰੂ ਦਾ ਸ਼ਬਦ ਲਿਖ ਕੇ ਖੁਸ਼ੀਆਂ ਜ਼ਾਹਰ ਕੀਤੀਆਂ ਜਾਂਦੀਆਂ ਨੇ। ਔਰ ਕੋਈ ਪ੍ਰਾਨੀ ਅਕਾਲ ਚਲਾਣਾ ਕਰ ਜੇ ਤੇ ਉਹਦੇ ਅਕਾਲ ਚਲਾਣੇ ਤੇ ਵੀ ਗੁਰੂ ਦਾ ਸ਼ਬਦ ਲਿਖਿਆ ਜਾਂਦਾ ਹੈ। ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ। ਲਿਖਿਆ ਜਾਂਦਾ ਸ਼ਬਦ ਕਿ ਸਾਡੇ ਪੂਜਨੀਕ ਫਲਾਨਾ ਸਿਉ ਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ। ਗੁਰਬਾਣੀ ਦੇ ਇਸ ਮਹਾਨ ਵਾਕ ਦੇ ਅਨੁਸਾਰ ਕੀ ਉਹ ਮਹਾਨ ਵਾਕ ਤੇ ਖਰਾ ਉਤਰਿਆ ਸੀ? ਤੁਹਾਨੂੰ ਪਤਾ ਹੈ ਵੀ ਗੁਰੂ ਦੇ ਸ਼ਬਦ ਤੇ ਉਹ ਖਰਾ ਉਤਰਿਆ ਸੀ।
ਕਿਸੇ ਬੰਦੇ ਨੂੰ ਵੱਡਾ ਕਰਨ ਵਾਸਤੇ ਗੁਰੂ ਦੇ ਸ਼ਬਦ ਦੀ ਥਾਂ ਪਰ ਥਾਂ ਵਰਤੋਂ ਕੀਤੀ ਜਾਂਦੀ ਹੈ, ਥਾਂ ਪਰ ਥਾਂ ਕੀਤੀ ਜਾਂਦੀ ਹੈ। ਹਾਲਾਂਕਿ ਇਹ ਗੁਰੂ ਦਾ ਸ਼ਬਦ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਆ, ਇਹ ਕੇਵਲ ਤੇ ਕੇਵਲ ਜਪਣ ਵਾਸਤੇ ਵਰਤਿਆ ਸੀ। ਬਖਸ਼ਿਸ਼ ਕੀਤਾ ਮਹਾਰਾਜ ਨੇ ਜਪਣ ਵਾਸਤੇ। ਤੇ ਕਿਸੇ ਬੰਦੇ ਨੂੰ ਮਹਾਨ ਕਹਿਣਾ ਹੋਵੇ, ਜਿਉਂਦੇ ਜੀ ਜਦੋਂ ਕਿਸੇ ਨੂੰ ਮਹਾਨ ਕਹਿੰਦੇ ਆ, ਫਿਰ ਹੋਰਾਂ ਨੂੰ ਤਾਂ ਕਿਸੇ ਨੂੰ, ਦੂਜੇ ਧਰਮ ਦੇ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਗੁਰਬਾਣੀ ਜਦੋਂ ਕਿਸੇ ਮਨੁੱਖ ਨੂੰ ਮਹਾਨ ਕਹਿਣਾ ਤੇ ਗੁਰਬਾਣੀ ਦੇ ਵਿੱਚੋਂ ਕਿਹੜਾ ਸ਼ਬਦ ਕੱਢ ਕੇ ਉੱਥੇ ਅਸੀਂ ਲਿਖਣਾ ਹੈ, ਤੇ ਸਾਡੇ ਵਾਲਿਆਂ ਨੂੰ ਪਤਾ ਹੁੰਦਾ, ਲਿਖ ਦਿੰਦੇ ਨੇ। ਇੱਕ ਬੰਦੇ ਦੀ ਉਸਤਤ ਕਰਨ ਵਾਸਤੇ ਗੁਰਬਾਣੀ ਦਾ ਸ਼ਬਦ ਦਾ ਸਹਾਰਾ ਲੈ ਕੇ ਬੰਦੇ ਦੀ ਉਸਤਤ ਕੀਤੀ ਜਾਂਦੀ ਹੈ। ਕਿੱਧਰ ਨੂੰ ਚਲੀ ਗਈ ਇਹ ਸਾਡੀ ਕੌਮ? ਕੀ ਤਾਂ ਗੁਰੂ ਦਾ ਸ਼ਬਦ ਸੀ ਤੇ ਕੀ ਅੱਜ ਅਸੀਂ ਬਣਾ ਕੇ ਰੱਖ ਦਿੱਤਾ। ਕੋਈ ਕੰਧਾਂ ਤੇ ਲਿਖਦਾ, ਕੋਈ ਟਰਾਲੀਆਂ ਤੇ ਲਿਖਦਾ, ਕੋਈ ਕਿਤੇ ਲਿਖਦਾ, ਕੋਈ ਕਿਤੇ ਲਿਖਦਾ। ਮਹਾਨ ਬਣਾਉਣਾ ਕਿਸੇ ਬੰਦੇ ਨੂੰ ਗੁਰੂ ਦੇ ਸ਼ਬਦ ਦੀ ਲਿਖ ਕੇ ਤੇ ਉਹ ਲਾ ਦਿੰਦੇ ਨੇ, ਜਾਂ ਬਾਬੇ ਨਾਨਕ ਦੀ ਤਸਵੀਰ ਛਾਪ ਦਿੰਦੇ ਨੇ, ਦਸੇ ਪਾਤਸ਼ਾਹੀਆਂ ਦੀ ਤਸਵੀਰ ਛਾਪ ਕੇ ਕਹਿ ਦਿੰਦੇ ਨੇ 10 ਪਾਤਸ਼ਾਹੀਆਂ ਦੀ ਬਖਸ਼ਿਸ਼ ਹੈ। ਨਾ ਤੁਹਾਡੇ ਤੇਰੇ ਇਕੱਲੇ 'ਤੇ ਤਾਂ 10 ਪਾਤਸ਼ਾਹੀਆਂ ਦੀ ਬਖਸ਼ਿਸ਼ ਹੋ ਗਈ, ਤੇ ਬਾਕੀ ਸਾਰੇ ਸੰਸਾਰ 'ਤੇ ਕਰੋਪੀ ਹੈ ਮਹਾਰਾਜ ਦੀ, ਉਹਨਾਂ 'ਤੇ ਬਖਸ਼ਿਸ਼ ਨਹੀਂ ਹੈ। ਬਖਸ਼ਿਸ਼ ਤੇ ਅਕਾਲ ਪੁਰਖ ਦੀ ਸਾਰੀ ਸ੍ਰਿਸ਼ਟੀ 'ਤੇ ਚੱਲ ਰਹੀ ਹੈ, ਤੇ ਤੂੰ ਮਹਾਨ ਬਣਦਾ ਹੈ ਗੁਰੂ ਦਾ ਸ਼ਬਦ ਲਿਖ ਕੇ। ਕਿਸੇ ਮਨੁੱਖ ਨੇ ਜੋ ਕਰਮ ਵੀ ਕਰਨਾ, ਸੰਸਾਰ ਦੇ ਵਿੱਚ ਕੋਈ ਦੁੱਖ ਹੈ, ਕੋਈ ਸੁੱਖ ਹੈ, ਜਾਂ ਕਿਸੇ ਮਨੁੱਖ ਨੂੰ ਮਹਾਨ ਬਣਾਉਣਾ ਹੈ, ਤੇ ਉੱਥੇ ਗੁਰੂ ਦੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਮਾਫ ਕਰਨਾ, ਉਹ 'ਤੇ ਕੋਈ ਵੀ ਜ਼ਿੰਦਗੀ ਹੈ ਜਿਹੜੀ ਇਹ ਖਰੀ ਨਹੀਂ ਉਤਰਦੀ। ਤੇ ਗੁਰੂ ਦਾ ਸ਼ਬਦ ਇਹਨਾਂ ਨੇ ਬੜੀ ਥਾਂ ਪਰ ਥਾਂ ਲਿਖਦੇ ਨੇ। ਬੜਾ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਸਭ ਨੂੰ ਸਮੱਤ ਬਖਸ਼ਿਸ਼ ਕਰਨ। ਮਹਾਰਾਜ ਨੇ, ਅਕਾਲ ਪੁਰਖ ਮਹਾਰਾਜੀਆਂ ਨੇ ਕਿਰਪਾ ਕੀਤੀ। ਲਹਿਣਾ ਜੀ ਕਹਿਣ ਲੱਗੇ, ਮੇਰਾ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ ਕਿ ਵਸਤਰ ਧੋਤੇ ਸੀ ਜਾਂ ਨਹੀਂ ਧੋਤੇ ਸੀ। ਮੇਰਾ ਮਤਲਬ ਹੈ ਕੇਵਲ ਗੁਰੂ ਨਾਨਕ ਦੇ ਬਚਨ ਦੇ ਨਾਲ, ਕਿ ਜਿਹੜੀ ਵਸਤੂ ਬਾਬੇ ਨਾਨਕ ਦੀਆਂ ਨਜ਼ਰਾਂ ਦੇ ਵਿੱਚ ਮੈਲੀ ਹੈ, ਆ ਦੁਨੀਆ ਭਾਵੇਂ ਸਾਰੀ ਕਵੇ ਵੀ ਚੰਗੀ ਹੈ, ਨਹੀਂ ਮੈਂ ਤਾਂ ਮੈਲੀ ਮੰਨੂਗਾ, ਬਸ ਮੈਂ ਤੇ ਉਹਨੂੰ ਧੋਣਾ। ਜੋ ਬਾਬੇ ਨਾਨਕ ਦੀਆਂ ਨਜ਼ਰਾਂ ਦੇ ਵਿੱਚ ਵਸਤਰ ਮੈਲੇ ਨੇ, ਉਹ ਮੈਲੇ ਨੇ, ਮੈਂ ਤੇ ਸਿਰਫ ਉਹਨਾਂ ਨੂੰ ਧੋਣਾ ਹੈ। ਤੇ ਉਹਨੇ ਧੋ ਕੇ ਭਾਈ ਲਹਿਣਾ ਜੀਆਂ ਨੇ ਵਸਤਰ ਤਹਿ ਮਾਰ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਰੱਖ ਦਿੱਤੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਲਹਿਣਿਆ ਤੈਨੂੰ ਪਤਾ ਨਹੀਂ ਸੀਗਾ ਕਿ ਵਸਤਰ ਤੇ ਧੋਤੇ ਸੀ। ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਵਾਪਸੀ ਬਚਨ ਕਹਿੰਦੇ, ਮਹਾਰਾਜ ਮੈਂ ਤੇ ਤੁਹਾਡਾ ਹੁਕਮ ਮੰਨਣਾ ਹੈ, ਮੈਨੂੰ ਤੁਹਾਡੇ ਹੁਕਮ ਤੱਕ ਮਤਲਬ ਹੈ, ਕਿ ਜਿਵੇਂ ਤੁਸੀਂ ਹੁਕਮ ਕਰ ਦਿੱਤਾ ਤੇ ਮੈਂ ਤੁਹਾਡਾ ਜਿਹੜਾ ਹੁਕਮ ਹੈ ਉਹ ਮੰਨ ਲਿਆ। ਦੁਨੀਆ ਦੇ ਬਚਨ ਇੱਕ ਪਾਸੇ ਨੇ, ਅਕਾਲ ਪੁਰਖ ਮਹਾਰਾਜੀਆਂ ਦੇ ਬਚਨ ਇੱਕ ਪਾਸੇ ਨੇ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਸਾਰੇ ਇਤਿਹਾਸ ਦੇ ਵਿੱਚ ਕਦੀ ਕਿਸੇ ਨੂੰ ਇਹ ਗੱਲ ਨਹੀਂ ਕਹੀ ਸੀ ਕਿ ਤੂੰ ਸਿੱਖ ਬਣ ਜਾ। ਉਹਨਾਂ ਦੀ ਮਹਾਨ ਜ਼ਿੰਦਗੀ ਦੇਖ ਕੇ, ਮਹਾਨ ਉਹਨਾਂ ਦੇ ਵਚਨ ਦੇਖ ਕੇ ਆਪ ਮਨੁੱਖ ਖੁਦ ਡੰਡੌਤ ਬੰਦਨਾ ਕਰਦੇ ਸੀ ਕਿ ਸਾਨੂੰ ਆਪਣਾ ਸਿੱਖ ਬਣਾ ਲਾ। ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਜਿਹੜੀ ਜ਼ਿੰਦਗੀ ਹੈ ਇਹ ਆਪਣੀ ਇੰਨੀ ਸ੍ਰੇਸ਼ਟ, ਇੰਨੀ ਉੱਤਮ ਬਣਾ ਲੈਣੀ ਚਾਹੀਦੀ ਹੈ ਕਿ ਸਾਡੇ ਬਚਨਾਂ ਨੂੰ ਕੋਈ ਖੁਦ ਕਹੇ ਕਿ ਤੂੰ ਕੋਈ ਬਚਨ ਸੁਣਾ। ਇੰਨੇ ਮਹਾਨ ਬਚਨ ਬਣ ਜਾਣੇ ਚਾਹੀਦੇ ਨੇ। ਤੇ ਮਹਾਨ ਬਚਨ ਕਿਸ ਦੇ ਕਿਵੇਂ ਬਣਦੇ ਹਨ? ਮਹਾਨ ਬਚਨ ਬਣਦੇ ਨੇ ਕਿਸੇ ਮਹਾਨ ਦੇ ਬਚਨ ਸੁਣ ਕੇ।
महान दे वचन। किसी ने वकील बनना होवे तो पहला उन्होंने वकील वाली डिग्री करनी पैंदी है, फिर वकील बनिया जाता है। जे किसी ने टीचर लगना होवे उन्होंने पहला टीचर वाली डिग्री करनी पैंदी है, फिर लग्या जाता है। किसी ने डॉक्टर बनना होवे उन्होंने पहला डॉक्टर वाली डिग्री करनी पैंदी है, फिर डॉक्टर लग्या जाता है। किसी मनुख ने कुछ भी बनना होवे पहला उहदे कोल डिग्री होनी जरूरी है, फिर वो डिग्री के आधार पर जिहड़ा है सरकारी अफसर लगता है। इत्थे कोई डिग्री नहीं, कुछ नहीं। बाबे नानक का कोई वचन नहीं मनना, बस सीधे ही बिना डिग्रियां तो कहते जी असीं तां अफसर लगे फिरदे हैं। कोई डिग्री नहीं, कोई सिमरन बंदगी नहीं है, कोई सेवा नहीं है, कुछ भी नहीं है कोले, फिर भी कहते असीं महान है। लै महान तो किवें बन जावेगा? जे कोई हुण अनपढ़ बंदा कहे कि मैनू तुसीं डॉक्टर बनाओ, उहनूं किवें बनाया जावेगा? कोई अनपढ़ बंदा कहे कि मैनू टीचर लाओ, उहनूं किवें लग्या जावेगा? कोई अनपढ़ बंदा कहे कि मैनू इंजीनियर बना दे, किवें लग्या जावेगा उसनूं? उहदे वास्ते ते डिग्री चाहिदी है। गुरु नानक देव साहब जी महाराज कहन लगे, जे तू सिख बनना है तो ये डिग्री प्राप्त कर, गुरु दे वचन नूं मनना सिख। ते तेरे कोले डिग्री होनी चाहिदी है कि जिमें तू गुरु का वचन मन्निया, फिर गुरु के वचन तेरे कोल आ जाने ने, तेरे वचन खत्म हो जाने हैं ते गुरु के वचन शुरू हो जाने ने। ते गुरु के वचन जदों तो अपनी जबान दे विचों किसी नूं कवड़ा बोले ही ना, मिठे बोल ही बोलता रहा जिमें बाबे नानक ने बोले, तो ये गुरु साहब जी महाराज कहते तेरी जिंदगी महान बन जानी है। बाबे नानक ने सब दा भला कीता है, तू सबना दा भला कर गया, तो फिर गुरु साहब जी महाराज कहते तू फिर भी गुरु का वचन मन लिया। पर हुण जिहड़ा बाबे नानक ने कहे सी वचन, वो वचन तो किसी ने मन्ने नहीं है, तो सीधे बिना डिग्रियां तो ही अफसर लगे फिरदे ने। ते जिहड़े बिना डिग्रियां तो अफसर लगे ने, हुण जिहड़ा बिना डिग्री तो डॉक्टर लगेगा तो मरीज का किहो जिहा इलाज करेगा, आप ही हिसाब ला लो। बिना डिग्री तो जिहड़ा टीचर लगेगा बच्चों नूं किहो जिहा पढ़ावेगा, आप ही हिसाब ला लो। बिना डिग्री तो जिहड़ा इंजीनियर लगेगा वो कर्म किहो जिहे करेगा, आप ही हिसाब ला लो। तो वो कर्म तो हो रहे ने, सारे दे सारे वो कर्म हो रहे ने, इस टाइम चल रहे हैं। इत्थे डिग्री कोई नहीं है किसी कोले, बस सीधे ही दे सीधे बस लग गए अफसर। गुरु साहब जी महाराज कहते पहला गुरु के वचनों नूं सुन, उन्हां नूं मन, जिंदगी दे विच लागू कर, फिर गुरु साहब जी महाराज कहते आ जेड़े तेरे वचन ने गुरु के वचन ही बन जाने ने। पहला तो डिग्री लै, बाबे नानक दा सिख है तो बाबे नानक वांगू मिठा बोलना तो सिख लै। सारे गुरु ग्रंथ साहब जी महाराज जी से बाणी पढ़ते हैं, किन्ने प्यारे ते किन्ने मिठड़े बोल ने सतगुरु महाराज जियां दे, किन्ने प्यारे बोल ने। ते तू तो मिठा बोल कदे बोले ही नहीं किसी नूं। बाबे नानक ने राक्ष बुद्धि वालियां दे कोल, राक्ष बुद्धि गए सी महाराज गुरु नानक महाराज जी, उहदा घर सी जिहड़ा बुद्धि लैवल ते बिल्कुल उजड़िया होया सी, बुद्धि लैवल ते बिल्कुल उजड़िया होया सी। बुद्धि लैवल ते जिसदा घर उजड़िया होया सी, बाबे नानक ने मिठड़े बोल बोल के एक राक्ष नूं संत बना दिता। मिठे बोल ही बोले सी महाराज ने, उन्हां दे मिठे बोल। उजड़े होए घर बाबे नानक ने वसाए ने। दुनिया इस दे उल्ट चलती है, वसदे रसदे घरां नूं उजाड़दे ने। फिर आके कहंदे ने बाबा नानक सुख रखी, जिन्ना क तैनूं बुद्धि दित्ती सी तूं सुख रखी है पहलां किसी दे घर दी। तू तो हमेशा तकदा रहा भी मैनू मौका मिले तो मैं किसी का घर उजाड़ा। तो बाबे नानक का इतिहास जिन्हों आके मत्थे टेकदा है, वो बाबे नानक का इतिहास पढ़ लै कि जिन्हां दा बुद्धि लैवल ते बिल्कुल घर उजड़िया होया सी, उन्हां दे घर बाबे नानक ने वसाए ने, वसाए ने उन्होंने।
ਲੰਮੇ ਲੰਮੇ ਸਮੇਂ ਤੋਂ ਲੈ ਕੇ ਸੰਤੋਖਾ ਰਿਖੀ ਲੰਮੇ ਸਮੇਂ ਤੋਂ ਲੈ ਕੇ ਮੱਠ ਦੇ ਵਿੱਚ ਬੰਦ ਸੀ। ਤਾਰਿਆ ਗੁਰੂ ਨਾਨਕ ਦੇ ਘਰ ਨੇ, ਕਿੰਨੇ ਤਾਰੇ ਨੇ ਦੇਖਦੇ ਆ ਨਾ ਅਸੀਂ। ਜਿਸ ਨੂੰ ਮੱਥੇ ਟੇਕਦਾ ਹੈ, ਜਿਸ ਨੂੰ ਡੰਡੌਤ ਬੰਦਨਾ ਕਰਦਾ ਹੈ, ਨਮਸਕਾਰ ਕਰਦਾ ਹੈ, ਉਸ ਦਾ ਕਦੀ ਇੱਕ ਬਚਨ ਮੰਨ ਕੇ ਜਿਸ ਦਾ ਘਰ ਉਜੜਿਆ ਹੋਇਆ ਉਹਦਾ ਵਸਾਉਣ ਦੇ ਯਤਨ ਕਰ। ਇੱਥੇ ਤੇ ਵਸਦੇ ਨੇ, ਪਰ ਇਸ ਦੇ ਮਨੁੱਖ ਇਸ ਦੇ ਉਲਟ ਕਰਮ ਕਰਦਾ ਹੈ। ਇਹ ਦੋ ਕਰਮ ਕਰਦਾ ਹੈ। ਸਲਾਮ ਜਵਾਬ ਦੋਵੈ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਬਾਬੇ ਨਾਨਕ ਦੇ ਬਚਨ ਨੇ। ਇਹ ਸਲਾਮ ਵੀ ਕਰਦਾ ਹੈ, ਜਵਾਬ ਵੀ ਕਰਦਾ ਹੈ, ਦੋਨੇ ਕੰਮ ਕਰਦਾ ਬੰਦਾ। ਸਲਾਮ ਕਰਦਾ ਹੈ ਬਾਬੇ ਨਾਨਕ ਨੂੰ, ਇਹ ਸਲਾਮ ਡੰਡੌਤ ਵੰਦਨਾ ਹੈ। ਜਵਾਬ ਵੀ ਕਰਦਾ ਹੈ, ਗੱਲ ਵੀ ਕੋਈ ਨਹੀਂ ਮੰਨਦਾ। ਸਲਾਮ ਜਵਾਬ ਦੋਵੈ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਇਹ ਤੇਰਾ ਮੱਥਾ ਟੇਕਿਆ ਵੀ ਕੂੜ ਦੇ ਵਿੱਚ ਹੀ ਚਲਿਆ ਗਿਆ, ਬਚਨ ਤੇ ਕੋਈ ਮੰਨਿਆ ਨਹੀਂ। ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ, ਕਿਸੇ ਥਾਂ ਦੇ ਵਿੱਚ ਨਹੀਂ ਪਿਆ ਜਿੱਤੋਂ ਬਾਬੇ ਨਾਨਕ ਦਾ ਬਚਨ ਨਹੀਂ ਮੰਨਿਆ। ਤੇ ਸਾਰੀ ਦੀ ਸਾਰੀ ਦੁਨੀਆ ਇੰਜ ਕਰਦੀ ਹੈ, ਮੱਥੇ ਟੇਕਦੇ ਨੇ 2 ਡੰਗ 3 ਡੰਗ ਲਗਾਤਾਰ ਨਿਰੰਤਰ, ਬਚਨ ਇੱਕ ਵੀ ਨਹੀਂ ਮੰਨਦਾ ਕੋਈ ਗੁਰੂ ਸਾਹਿਬ ਜੀ ਮਹਾਰਾਜ ਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਚਨ ਕੀਤਾ ਹੈ, ਸੋਧਤ ਸੋਧਤ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਜਿਹੜੇ ਬਾਣੀ ਨੂੰ ਮੰਨਦੇ ਨੇ ਪੱਕੀ ਮੋਹਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਲਾ ਦਿੱਤੀ ਹੈ। ਜਿੱਥੇ ਜੀ ਕਰਦਾ ਉੱਥੇ ਤੁਸੀਂ ਭਜ ਲਿਓ, ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੈ। ਬਸ ਇੰਨਾ ਕੁ ਫਰਕ ਹੈ। ਪ੍ਰਾਤਨ ਰਿਖੀ ਮੁਨੀ ਕਹਿੰਦੇ ਸੀ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾਓ, ਸਿਮਰਨ ਕਰੋ, ਧੂਣੇ ਤਪਾਓ, ਜਲ ਧਾਰੇ ਕਰੋ, ਬੜਾ ਕੁਛ ਕਰੋ। ਪ੍ਰਾਤਨ ਇਹ ਇਤਿਹਾਸ ਦੇ ਵਿੱਚ ਚੱਲਿਆ ਆ ਰਿਹਾ। ਬਾਬੇ ਨਾਨਕ ਨੇ ਸਾਰੀਆਂ ਜਗ੍ਹਾ ਤੋਂ ਸਾਨੂੰ ਖੁੱਲ੍ਹ ਦਿੱਤੀ ਹੈ। ਕਹਿੰਦੇ ਨਹੀਂ, ਜਿਹੜਾ ਕੰਮ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਕੰਮ ਕਰੋ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਬਥੇਰੀ ਦੁਨੀਆ ਬਹਾਨੇ ਬਣਾਉਂਦੀ ਹੈ ਸਿਮਰਨ ਬੰਦਗੀ ਕਰਨ ਵਾਸਤੇ, ਤਾਂ ਕਹਿੰਦੇ ਟਾਈਮ ਹੀ ਨਹੀਂ ਲੱਗਦਾ, ਟਾਈਮ ਹੀ ਨਹੀਂ ਲੱਗਦਾ। ਕੰਮ ਹੀ ਇੰਨੇ ਵਧੇ ਪਏ ਨੇ, ਗੱਡੀਆਂ ਚਲਾਉਂਦੇ ਵੀ ਸਿਮਰਨ ਬੰਦਗੀ ਕਰ ਸਕਦੇ ਹਾਂ, ਮੱਝਾਂ ਦੀਆਂ ਧਾਰਾਂ ਚੋਂਦੇ ਪੱਠੇ ਪਾਉਂਦੇ ਵੀ ਸਿਮਰਨ ਬੰਦਗੀ ਕਰ ਸਕਦੇ ਹਾਂ, ਗੋਹਾ ਕੂੜਾ ਕਰਦੇ ਵੀ ਅਸੀਂ ਸਿਮਰਨ ਬੰਦਗੀ ਕਰ ਸਕਦੇ ਹਾਂ, ਖੇਤੀਬਾੜੀ ਦਾ ਕੰਮ ਕਰਦੇ ਵੀ ਅਸੀਂ ਸਿਮਰਨ ਬੰਦਗੀ ਕਰ ਸਕਦੇ ਹਾਂ। ਜਦੋਂ ਮਰਜ਼ੀ ਜਿੰਨੇ ਮਰਜ਼ੀ ਸਾਨੂੰ ਕੰਮ ਪਰਮਾਤਮਾ ਨੇ ਬਖਸ਼ੇ ਨੇ, ਉਹ ਸਾਰੇ ਦੇ ਸਾਰੇ ਕੰਮ ਕਰਦੇ ਕਰਦੇ ਅਸੀਂ ਸਿਮਰਨ ਬੰਦਗੀ ਕਰ ਸਕਦੇ ਹਾਂ। ਸਾਡੇ ਲੇਖੇ ਦੇ ਵਿੱਚ ਮੌਜੂਦ ਨੇ। ਇਹ ਤੇ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ ਤੇ। ਤੋ ਸਿਮਰਨ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ। ਜਿੰਨੇ ਕੰਮ ਤੁਹਾਨੂੰ ਪਰਮਾਤਮਾ ਨੇ ਬਖਸ਼ੇ ਨੇ, ਸੁਚੱਜੇ ਢੰਗ ਦੇ ਨਾਲ ਕੰਮ ਕਰੋ, ਔਰ ਕੰਮ ਕਰਦੇ ਕਰਦੇ ਹੀ ਤੁਸੀਂ ਸਿਮਰਨ ਬੰਦਗੀ ਕਰੋ। ਇਹ ਤੇ ਗੁਰੂ ਨਾਨਕ ਦੇਵ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸਾਨੂੰ ਕਿਹੜਾ ਕੋਈ ਹੋਰ ਕਹਿ ਰਿਹਾ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਸੋਧਤ ਸੋਧਤ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਬਿਨਾਂ ਭਜਨ ਤੋਂ ਸਿਮਰਨ ਬੰਦਗੀ ਤੋਂ ਛੁਟਕਾਰਾ ਨਹੀਂ ਹੈ। ਤੋ ਸਿਮਰਨ ਬੰਦਗੀ ਕਰਦੇ ਕਰਦੇ ਤੁਸੀਂ ਆਪਣਾ ਕੰਮ ਕਰਦੇ ਕਰਦੇ ਤੁਸੀਂ ਆਪਣਾ ਸਿਮਰਨ ਬੰਦਗੀ ਜਿਹੜੇ ਨਾਲ ਨਾਲ ਕਰਦੇ ਰਿਹਾ ਕਰੋ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਸਾਡੇ ਵਾਸਤੇ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।